Welcome to our YouTube channel. Today in this video we discuss very important topic NPE National Policy of Education. I hope our video is very useful for you and your friends. If you like my video, please share my video with your friends. Let's start. NPE National Policy of Education 1986. In 1986, government led by Mr. Rajiv Gandhi introduced a new national policy on education. 1986 ਈਸਵੀ ਦੇ ਵਿੱਚ ਆਪਣੀ ਪ੍ਰਾਈਮ ਮਿਨਿਸਟਰ ਮਿਸਟਰ ਰਾਜੀਵ ਗਾਂਧੀ ਸੀ। ਉਹਨਾਂ ਨੇ ਨਿਊ ਐਜੂਕੇਸ਼ਨ ਪਾਲਿਸੀ ਲੈ ਕੇ ਆਂਦੀ। The new policy called special emphasis on removal of disparities and equalize educational opportunity। ਜਿਹੜੀ ਆਪਣੀ ਨਿਊ ਪਾਲਿਸੀ ਲੈ ਕੇ ਆਂਦੀ ਸੀ ਮਿਸਟਰ ਰਾਜੀਵ ਗਾਂਧੀ ਨੇ, ਉਹਦਾ ਮਤਲਬ ਸੀਗਾ ਕਿ ਸਾਰਿਆਂ ਨੂੰ ਇਕੁਐਲਿਟੀ ਦੇਣਾ, ਮਤਲਬ ਸਾਰਿਆਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਨਾ। ਤੇ ਡਿਸਪਾਰਟੀਜ਼ ਜੋ ਵੀ ਅਨਵਾਂਟਡ ਪਰਸਨ ਸੀਗੇ ਜਾਂ ਵੀ ਅਨਵਾਂਟਡ ਪਾਰਟੀਜ਼ ਸੀਗੀਆਂ, ਉਹਨਾਂ ਨੂੰ ਐਜੂਕੇਸ਼ਨ ਪਾਲਿਸੀ ਦੇ ਵਿੱਚ ਜੋ ਪ੍ਰੀਵੀਅਸ ਐਜੂਕੇਸ਼ਨ ਪਾਲਿਸੀ ਸੀ ਉਹਦੇ ਚੋਂ ਰਿਮੂਵ ਕਰਨਾ ਸੀ। ਸਪੈਸ਼ਲੀ ਫॉर ਇੰਡੀਅਨ ਵੂਮਨਸ, ਸ਼ੈਡਿਊਲਡ ਟ੍ਰਾਈਬਸ ਐਂਡ ਸ਼ੈਡਿਊਲਡ ਕਾਸਟ ਕਮਿਊਨਿਟੀਜ਼। ਹਾਂਜੀ, ਜਿਹੜੀ ਆਪਣੇ ਮਿਸਟਰ ਰਾਜੀਵ ਗਾਂਧੀ PM ਸੀ ਉਸ ਟਾਈਮ 'ਤੇ, ਉਹਨਾਂ ਨੇ ਜਿਹੜੀ ਨਿਊ ਪਾਲਿਸੀ ਲੈ ਕੇ ਆਂਦੀ ਸੀਗੀ ਨੈਸ਼ਨਲ ਪਾਲਿਸੀ ਔਨ ਐਜੂਕੇਸ਼ਨ ਇਨ 1986। ਉਹਦੇ ਵਿੱਚ ਮੇਨ ਜਿਹੜਾ ਫੋਕਸ ਕੀਤਾ ਸੀ ਵੂਮੈਨ ਐਜੂਕੇਸ਼ਨ 'ਤੇ, ਸ਼ੈਡਿਊਲਡ ਟ੍ਰਾਈਬਸ 'ਤੇ ਐਂਡ ਸ਼ੈਡਿਊਲਡ ਕਾਸਟ ਕਮਿਊਨਿਟੀਜ਼ ਹੈ ਜਿਹੜੀਆਂ, ਉਹਨਾਂ ਨੂੰ ਮਤਲਬ ਪ੍ਰੋਵਾਈਡ ਕਰਵਾਉਣੀ ਸੀ ਐਜੂਕੇਸ਼ਨ। ਇਹਨਾਂ ਦਾ ਮੇਨ ਮਕਸਦ ਸੀ ਕਿ ਹਰ ਇੱਕ ਪਰਸਨ ਹੈ ਜੋ ਵੀ ਮੰਨ ਲਓ ਗਰੀਬ ਹੈ, ਭਾਵੇਂ ਅਮੀਰ ਹੈ, ਭਾਵੇਂ SC ਹੈ, ਭਾਵੇਂ ST ਹੈ, ਭਾਵੇਂ ਵੂਮੈਨ ਹੈ, ਭਾਵੇਂ ਕੋਈ ਵੀ ਪਰਸਨ ਹੈ, ਹੈਂਡੀਕੈਪਡ ਹੈ, ਸਾਰੇ ਪਰਸਨ ਨੂੰ ਇਨਕਲੂਡ ਕਰਨਾ ਸੀਗਾ ਅਤੇ ਆਪਣੀ ਇੰਡੀਆ ਨੂੰ ਪ੍ਰਮੋਟ ਕਰਨਾ ਸੀਗਾ ਅਤੇ ਐਜੂਕੇਸ਼ਨ ਨੂੰ ਹਾਈ ਲੈਵਲ ਤੱਕ ਲੈ ਕੇ ਜਾਣਾ ਸੀ। ਹਾਂਜੀ, ਆਈ ਹੋਪ ਤੁਹਾਨੂੰ NPA ਦਾ ਕਲੀਅਰ ਹੋ ਗਿਆ ਹੋਣਾ ਕਿ ਇਹ ਆਪਾਂ ਨੂੰ ਮਿਸਟਰ ਰਾਜੀਵ ਗਾਂਧੀ ਨੇ ਨਿਊ ਐਜੂਕੇਸ਼ਨ ਪਾਲਿਸੀ ਲੈ ਕੇ ਆਂਦੀ। ਜਿਹੜੀ ਪ੍ਰੀਵੀਅਸ ਪਾਲਿਸੀ ਸੀ ਉਹਦੇ 'ਚ ਕੁਛ ਅਮੈਂਡਮੈਂਟਸ ਕੀਤੀਆਂ। The National Policy of Education in 1986 during budget session in 1986, Parliament of India discussed a adopted National Policy on Education 1986। ਹਾਂਜੀ, ਜਦੋਂ ਆਪਣਾ 1986 ਦੇ ਵਿੱਚ ਬਜਟ ਪਾਸ ਹੋਇਆ ਪਾਰਲੀਮੈਂਟ ਦੇ ਵਿੱਚ, ਤਾਂ ਉਸ ਟਾਈਮ 'ਤੇ ਆਪਣੀ ਨਿਊ ਐਜੂਕੇਸ਼ਨ ਪਾਲਿਸੀ ਹੈ ਜਿਹੜੀ, ਉਸ ਦੇ ਬਾਰੇ ਡਿਸਕਸ ਕੀਤਾ ਗਿਆ। ਉਸ ਨੂੰ ਅਪਲਾਈ ਕਰਨ ਦਾ ਜਿਹੜਾ ਮੈਥਡ ਸੀਗਾ ਉਹ ਡਿਸਕਸ ਕੀਤਾ ਗਿਆ। ਦਿਸ ਪ੍ਰੋਗਰਾਮ ਵਾਜ਼ ਸੁਪਰਵਾਈਜ਼ਡ ਬਾਈ ਪ੍ਰੋਮੀਨੈਂਟ ਸੈਂਟਰਲ ਐਂਡ ਸਟੇਟ ਗਵਰਨਮੈਂਟ ਐਜੂਕੇਸ਼ਨਲਿਸਟ ਐਕਸਪਰਟਸ ਐਂਡ ਸੀਨੀਅਰ ਰਿਪਰੈਜ਼ੈਂਟੇਟਿਵ। ਹਾਂਜੀ, ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਸੀਗੀ ਉਸ ਨੂੰ ਇੰਪਲੀਮੈਂਟ ਕਰਨ ਤੋਂ ਪਹਿਲਾਂ ਸੈਂਟਰ ਗਵਰਨਮੈਂਟ ਐਂਡ ਸਟੇਟ ਗਵਰਨਮੈਂਟ ਨਾਲ ਦੀ ਨਾਲ ਐਜੂਕੇਸ਼ਨਲਿਸਟ ਐਂਡ ਐਕਸਪਰਟ ਪਰਸਨ, ਸੀਨੀਅਰ ਰਿਪਰੈਜ਼ੈਂਟੇਟਿਵ ਸੀਗੇ, ਸਾਰੇ ਪਰਸਨ ਇਹਦੇ 'ਚ ਇਨਕਲੂਡ ਕੀਤੇ ਗਏ। ਉਹਨਾਂ ਨੇ ਸੁਪਰਵਿਜ਼ਨ ਕੀਤਾ ਇਸ ਨੂੰ, ਉਹਨਾਂ ਨੂੰ ਮਤਲਬ ਕਿ ਚੈੱਕ ਕੀਤਾ ਕਿ ਕਿਸ ਤਰ੍ਹਾਂ ਹੈ ਜੋ ਵੀ ਪਾਲਿਸੀ ਹੈ, ਉਹਨਾਂ ਦੀ ਨਿਗਰਾਨੀ ਦੇ ਹੇਠ ਜਿਹੜੀ ਪਾਲਿਸੀ ਹੈ ਉਸ ਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ, ਅਪਲਾਈ ਕਰਨ ਦੀ ਮੈਥਡਸ ਦੇਖੇ ਕੀ ਕੁਛ ਹੋ ਸਕਦੇ ਆ। ਅਤੇ ਸਾਰੇ ਨਿਗਰਾਨੀ ਕੌਣ ਕਰ ਰਿਹਾ ਸੀ? ਸਾਰੇ ਜਿਹੜੇ ਐਜੂਕੇਸ਼ਨ ਪਾਲਿਸੀ ਸੀਗੀ, ਸਟੇਟ ਗਵਰਨਮੈਂਟ, ਸੈਂਟਰ ਗਵਰਨਮੈਂਟ, ਐਜੂਕੇਸ਼ਨਲਿਸਟ, ਐਕਸਪਰਟ ਪਰਸਨ ਐਂਡ ਸੀਨੀਅਰ ਰਿਪਰੈਜ਼ੈਂਟੇਟਿਵ ਹੈਗੇ ਜਿਹੜੇ, ਸਾਰੇ ਇਹਦੇ ਵਿੱਚ ਇਨਵੋਲਵ ਹੋਏ। NPE 1986 was started after review of NPE 1968 National Education Policy for Education was started in 1968 during Indira Gandhi government। ਹਾਂਜੀ, ਇਸ ਤੋਂ ਪਹਿਲਾਂ ਦੇਖੋ 1986 ਦੇ ਵਿੱਚ ਜਿਹੜੀ ਐਜੂਕੇਸ਼ਨ ਪਾਲਿਸੀ ਲੈ ਕੇ ਆਂਦੀ ਹੈ, ਉਸ ਤੋਂ ਪਹਿਲਾਂ ਜਿਹੜੀ ਆਪਣੀ ਐਜੂਕੇਸ਼ਨ ਪਾਲਿਸੀ ਸੀਗੀ, ਪ੍ਰੀਵੀਅਸ ਐਜੂਕੇਸ਼ਨ ਪਾਲਿਸੀ ਸੀਗੀ, ਉਹ 1968 ਦੇ ਵਿੱਚ ਲੈ ਕੇ ਆਂਦੀ ਸੀ
ਉਹ ਲੈ ਕੇ ਆਂਦੀ ਸੀ, ਜਿਹੜੀ 1968 ਦੇ ਵਿੱਚ ਲੈ ਕੇ ਆਂਦੀ ਸੀ ਪੋਲਿਸੀ। ਉਹ ਉਸ ਟਾਈਮ ਤੇ ਇੰਦਰਾ ਗਾਂਧੀ ਸੀਗੇ, ਜਿਹੜੇ ਮਿਸਿਸ ਇੰਦਰਾ ਗਾਂਧੀ ਗਵਰਨਮੈਂਟ ਆਫ ਇੰਡੀਆ ਨੂੰ ਲੀਡ ਕਰ ਰਹੇ ਸੀ, ਮਤਲਬ PM ਸੀ ਉਸ ਟਾਈਮ ਤੇ ਇੰਦਰਾ ਗਾਂਧੀ ਨੇ 1968 ਦੇ ਵਿੱਚ ਆਪਣੀ ਜਿਹੜੀ ਨਿਊ ਪੋਲਿਸੀ ਹੈ ਉਹ ਲੈ ਕੇ ਆਂਦੀ ਸੀਗੀ। ਬਟ ਉਹਦੇ 'ਚ ਕੁਝ ਅਮੈਂਡਮੈਂਟ ਕਰਨ ਦੇ ਲਈ ਨਿਊ ਪੋਲਿਸੀ ਲੈ ਕੇ ਆਂਦੀ 1986 ਦੇ ਵਿੱਚ। ਪਹਿਲਾਂ 1968 ਦੇ ਵਿੱਚ ਮਿਸਿਸ ਇੰਦਰਾ ਗਾਂਧੀ ਆਪਣੇ PM ਸੀਗੇ, ਉਹਨਾਂ ਨੇ ਲੈ ਕੇ ਆਂਦੀ ਸੀ, ਤੇ ਉਹਨਾਂ ਦੇ ਬੇਟੇ ਸੀ ਜਿਹੜੇ 1986 ਦੇ ਵਿੱਚ ਉਹ ਪੋਲਿਸੀ ਨੂੰ ਮਤਲਬ ਕਿ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਦੇ ਆ ਨਿਊ ਪੋਲਿਸੀ ਨੂੰ। ਉਹਦੇ ਵਿੱਚ ਕੁਝ ਅਮੈਂਡਮੈਂਟ ਕੀਤੀਆਂ ਹੋਣੀਆਂ ਪੁਰਾਣੀ ਜੋ ਵੀ ਪੋਲਿਸੀ ਸੀਗੀ ਉਹਦੇ ਵਿੱਚ, ਤੇ ਉਹਨਾਂ ਨੂੰ ਮਤਲਬ ਕਿ ਜਿਹੜਾ ਰਿਵਿਊ ਸੀਗਾ, ਕਾਫੀ ਰਿਵਿਊ ਕਰਨ ਤੋਂ ਬਾਅਦ ਇਹ ਜਿਹੜੀ ਪੋਲਿਸੀ ਹੈ ਜਿਹੜੀ ਸਟਾਰਟ ਕੀਤੀ ਗਈ ਸੀਗੀ। ਪਹਿਲਾਂ ਵਾਲੀ ਪੋਲਿਸੀ ਵੀ ਹੈ ਜਿਹੜੀ ਉਹ ਕਾਫੀ ਰਿਵਿਊ ਤੋਂ ਬਾਅਦ ਸਟਾਰਟ ਕੀਤੀ ਸੀ, ਤਾਂ ਹੁਣ ਵਾਲੀ ਵੀ ਕਾਫੀ ਮਤਲਬ ਕਿ ਇਹਦੇ ਵਿੱਚ ਕੁਝ ਚੇਂਜਸ ਕਰਨ ਤੋਂ ਬਾਅਦ ਇੰਪਲੀਮੈਂਟ ਕੀਤੀ। ਹਾਂਜੀ, ਆਈ ਹੋਪ ਤੁਹਾਨੂੰ NPE ਦੇ ਬਾਰੇ ਪਤਾ ਲੱਗ ਗਿਆ ਹੋਣਾ ਕਿ ਪਹਿਲਾਂ ਪੋਲਿਸੀ ਵੀ ਇਹ ਇੰਪਲੀਮੈਂਟ ਤਾਂ ਸੀ ਆਪਣੇ ਸਟੇਟ ਦੇ ਵਿੱਚ, ਆਪਣੀ ਇੰਡੀਆ ਦੇ ਵਿੱਚ, ਕੰਟਰੀ ਦੇ ਵਿੱਚ, ਬਟ ਇਹਦੇ ਵਿੱਚ ਕੁਝ ਮਤਲਬ ਅਮੈਂਡਮੈਂਟ ਕਰਨੀ ਹਰ ਇੱਕ ਚੀਜ਼ ਦੇ ਵਿੱਚ ਜ਼ਰੂਰੀ ਹੁੰਦੀ ਹੈ, ਤਾਂ ਕਰਕੇ ਜਿਹੜੀ ਪੋਲਿਸੀ ਹੈ ਇਹਦੇ ਵਿੱਚ ਕੁਝ ਚੇਂਜ ਕਰਨ ਦੇ ਲਈ ਫਿਰ 1986 ਦੇ ਵਿੱਚ ਨਈ ਪੋਲਿਸੀ ਲੈ ਕੇ ਆਂਦੀ। ਆਫਟਰ every 5 year NPE 1968 was reviewed as a result of review NPE 1986। ਹਾਂਜੀ, ਹਰ 5 ਸਾਲ ਬਾਅਦ ਕੀ ਕੀਤਾ ਜਾਂਦਾ ਸੀ, ਜਿਹੜੀ ਪੋਲਿਸੀ ਲੈ ਕੇ ਆਂਦੀ ਹੋਈ ਸੀਗੀ 1968 ਦੇ ਵਿੱਚ ਪੋਲਿਸੀ ਲੈ ਕੇ ਆਂਦੀ ਸੀ, ਉਸ ਨੂੰ ਕੀ ਕੀਤਾ ਸੀਗਾ ਮਤਲਬ ਕਿ ਉਹਨੂੰ ਰਿਵਿਊ ਕੀਤਾ ਜਾਂਦਾ ਸੀ ਐਵਰੀ 5 ਈਅਰ। ਆਫਟਰ 5 ਈਅਰ ਤਾਂ ਉਸ ਨੂੰ ਰਿਵਿਊ ਕੀਤਾ ਜਾਂਦਾ ਸੀ। ਇਸ ਦੇ ਕਰਕੇ ਹੀ ਆਪਣੇ 1986 ਦੇ ਵਿੱਚ ਪੋਲਿਸੀ ਲੈ ਕੇ ਆਂਦੀ। ਰਿਵਿਊ ਦਾ ਜੋ ਵੀ ਰਿਜ਼ਲਟ ਨਿਕਲਿਆ ਸੀਗਾ, ਇਸ ਨੂੰ ਪੂਰੇ ਨੂੰ ਚੇਂਜ ਕਰਨ ਦੀ ਜਿਹੜੀ ਪੋਲਿਸੀ ਸੀਗੀ ਫਿਰ ਇਸੇ ਕਰਕੇ ਹੀ ਲੈ ਕੇ ਆਂਦੀ ਸੀ। Based on the report and recommendations of Kothari Commission 1964-1966, ਜਿਹੜੀ ਆਪਣਾ ਕੋਠਾਰੀ ਕਮਿਸ਼ਨ ਸੀਗਾ, ਉਹਨਾਂ ਨੇ ਕੁਝ ਅਮੈਂਡਮੈਂਟ ਕਰਨ ਦੇ ਲਈ ਕਿਹਾ ਗਿਆ, ਰਿਕਮੈਂਡੇਸ਼ਨਸ ਕੀਤੀਆਂ, ਉਹਨਾਂ ਨੇ ਕੁਝ ਅਮੈਂਡਮੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੀ। ਇਸ ਕਰਕੇ ਹੀ ਮਤਲਬ ਕਿ ਜਿਹੜੀ ਰਿਪੋਰਟ ਉਹਨਾਂ ਨੇ ਪ੍ਰੋਵਾਈਡ ਕਰਵਾਈ ਸੀ ਨਾ, ਤਾਂ ਕਰਕੇ ਜਿਹੜੀ ਆਪਣਾ 1968 ਦੇ ਵਿੱਚ ਹਰ ਸਾਲ ਉਸ ਨੂੰ ਹਰ 5 ਈਅਰ ਦੇ ਬਾਅਦ ਉਸ ਨੂੰ ਤਾਂ ਫਿਰ ਰਿਵਿਊ ਕੀਤਾ ਗਿਆ। ਰਿਜ਼ਲਟ ਦੇ ਵਿੱਚ ਐਜ਼ ਅ ਰਿਜ਼ਲਟ ਫਿਰ ਨਵੀਂ ਪੋਲਿਸੀ ਲੈ ਕੇ ਆਂਦੀ। ਤਾਂ ਜਿਹੜੀ ਕੋਠਾਰੀ ਕਮਿਸ਼ਨ ਸੀ ਉਹਨਾਂ ਨੇ ਕੀ ਹੈਗਾ ਰਿਕਮੈਂਡੇਸ਼ਨਸ ਪ੍ਰੋਵਾਈਡ ਕੀਤੀਆਂ ਕੁਛ ਨਾ ਕੁਛ, ਐਂਡ ਕੁਛ ਰੂਲਸ ਹੈ ਜਿਹੜੇ ਉਹ ਲੈ ਕੇ ਆਂਦੇ ਸੀ NPE ਦੇ ਵਿੱਚ। ਠੀਕ ਹੈ ਜੀ, ਜਿਹੜੀ ਕੋਠਾਰੀ ਕਮਿਸ਼ਨ ਸੀਗਾ ਉਹ ਲੈ ਕੇ ਆਂਦਾ ਸੀਗਾ। ਕੋਠਾਰੀ ਕਮਿਸ਼ਨ ਨੇ NPE ਦੇ ਵਿੱਚ ਕੁਝ ਰੂਲਸ ਰੈਗੂਲੇਸ਼ਨਸ, ਨਿਊ ਰੈਗੂਲੇਸ਼ਨਸ ਰੂਲਸ ਹੈ ਜਿਹੜੇ ਉਹ ਲੈ ਕੇ ਆਂਦੇ ਸੀਗੇ। ਉਹ ਉਹਨਾਂ ਨੇ ਰਿਵਿਊ ਕਦੋਂ ਤੋਂ ਕੀਤਾ ਸੀਗਾ 1964 ਤੋਂ ਲੈ ਕੇ 1966 ਤੱਕ ਜਿਹੜਾ ਰਿਵਿਊ ਉਹਨਾਂ ਨੇ ਕੀਤਾ ਸੀ। ਤੇ ਆਪਣੀ ਜਿਸ ਤਰ੍ਹਾਂ ਦੀ ਉਹਨਾਂ ਦੀਆਂ ਜ਼ਰੂਰਤਾਂ ਸੀਗੀਆਂ ਉਹਨਾਂ ਨੇ ਸਾਰਾ ਰਿਵਿਊ ਕਰਨ ਤੋਂ ਬਾਅਦ ਆਪਣੇ ਕੁਝ ਰੂਲਸ ਹੈ ਜਿਹੜੇ ਉਹ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਸੀ। ਦ ਗਵਰਨਮੈਂਟ ਆਫ Prime Minister Indira Gandhi announced the first national policy on education in 1968। ਹਾਂਜੀ, ਆਪਣੀ ਜਿਹੜੀ ਫਸਟ ਨੈਸ਼ਨਲ ਪੋਲਿਸੀ ਸੀ, ਆਪਾਂ ਨੂੰ ਬਹੁਤ ਇੰਪੋਰਟੈਂਟ ਕੁਐਸਚਨ ਹੈਗੀ ਕਿ ਉਹ ਆਪਣੇ ਜਿਹੜੇ ਮਿਸਿਸ ਇੰਦਰਾ ਗਾਂਧੀ ਸੀਗੇ ਉਹ ਲੈ ਕੇ ਆਏ ਸੀਗੇ ਫਸਟ ਨੈਸ਼ਨਲ ਪੋਲਿਸੀ ਐਜੂਕੇਸ਼ਨ ਦੇ ਉੱਪਰ 1968 ਦੇ ਵਿੱਚ ਲੈ ਕੇ ਆਂਦੇ ਸੀਗੇ। ਤਾਂ ਉਸ ਨੂੰ ਰੈਡੀਕਲ ਰੀਸਟਰਕਚਰਿੰਗ and proposed by equal educational opportunities in order to achieve national integration and greater culture and economic development। ਹਾਂਜੀ, ਜਿਹੜੀ ਫਸਟ ਪੋਲਿਸੀ ਲੈ ਕੇ ਆਂਦੀ ਸੀ ਉਹਨਾਂ ਦਾ ਮਤਲਬ ਕੀ ਸੀਗਾ, ਇੱਕ ਤਾਂ ਐਜੂਕੇਸ਼ਨਲ ਓਪਰਚੁਨਿਟੀਜ਼ ਪ੍ਰੋਵਾਈਡ ਕਰਵਾਉਣੀਆਂ ਸੀਗੀਆਂ, ਉਸ ਤੋਂ ਇਲਾਵਾ ਮਤਲਬ ਜਿਹੜੀ ਐਜੂਕੇਸ਼ਨਲ ਜਿਹੜੀ ਅਚੀਵਮੈਂਟ ਸੀਗੀ ਸਾਰੇ ਇੰਟੀਗ੍ਰੇਸ਼ਨ ਇਕੱਠਾ ਕਰਨਾ ਸੀਗਾ ਲੋਕਾਂ ਨੂੰ, ਐਂਡ ਗ੍ਰੇਟਰ ਕਲਚਰ ਮਤਲਬ ਹਰ ਇੱਕ ਜਿਹੜੇ ਤਰ੍ਹਾਂ ਦੇ ਲੋਕ ਹੈ ਉਹਨਾਂ ਦੇ ਕਲਚਰ ਨੂੰ ਵੀ ਮਤਲਬ ਕਿ ਇੰਟੀਗ੍ਰੇਟ ਕਰਨ ਦੀ ਕੋਸ਼ਿਸ਼ ਕੀਤੀ ਸੀ। ਨਾਲ ਦੀ ਨਾਲ ਆਪਣੇ ਜਿਹੜੀ ਇੰਡੀਆ ਦੀ ਇਕਨੋਮਿਕਲੀ ਡਿਵੈਲਪਮੈਂਟ ਦੀ ਵੀ ਇਸ ਵਿੱਚ ਕੋਸ਼ਿਸ਼ ਕੀਤੀ ਗਈ ਸੀ ਕਿ ਆਪਣਾ ਇਕਨੋਮਿਕਲੀ ਡਿਵੈਲਪ ਆਪਣਾ ਜਿਹੜਾ ਹੈਗਾ ਇੰਡੀਆ ਹੋ ਸਕੇ, ਤੇ ਆਪਣੀ ਜਿਹੜੀ ਐਜੂਕੇਸ਼ਨ ਪੋਲਿਸੀ ਹੈ ਉਹ ਵੀ
मतलब प्रमोट हो सके। मेन मतलब सीगा ਜਿਹੜੀ ਨੈਸ਼ਨਲ ਪੋਲਿਸੀ ਆਫ ਐਜੂਕੇਸ਼ਨ ਲੈ ਕੇ ਆਂਦਾ ਸੀ, ਹਰ ਇੱਕ ਪਰਸਨ ਨੂੰ ਓਪਰਚੁਨਿਟੀ, ਐਜੂਕੇਸ਼ਨਲ ਓਪਰਚੁਨਿਟੀ ਪ੍ਰੋਵਾਈਡ ਕਰਵਾਉਣਾ ਸੀਗਾ ਤੇ ਆਪਣੇ ਜਿਹੜੇ ਨੇਸ਼ਨ ਸੀਗਾ ਪੂਰਾ ਉਸ ਨੂੰ ਇਕੱਠਾ ਕਰਕੇ ਰੱਖਣਾ ਸੀ। ਇਸ ਤੋਂ ਇਲਾਵਾ ਆਪਣਾ ਜਿਹੜੇ ਕਲਚਰ ਹੈ, ਇਕਨੋਮਿਕਲੀ ਡਿਵੈਲਪਮੈਂਟ ਹੈ, ਉਸ ਨੂੰ ਵੀ ਪ੍ਰਮੋਟ ਕਰਨਾ ਸੀ। ਜਿਹੜਾ ਫਸਟ ਐਜੂਕੇਸ਼ਨ ਪੋਲਿਸੀ ਜਦੋਂ ਲੈ ਕੇ ਆਂਦੀ ਸੀ, ਇਸ ਚੀਜ਼ ਦੇ ਉੱਪਰ ਫੋਕਸ ਕੀਤਾ ਗਿਆ ਸੀ। ਹਾਂਜੀ, ਤੇ ਇਸੇ ਨੂੰ ਕੁਛ ਨਾ ਕੁਛ ਚੇਂਜ ਕਰਨ ਤੋਂ ਬਾਅਦ ਆਫਟਰ 5 ਈਅਰ ਇਹਨੂੰ ਰਿਵਿਊ ਕੀਤਾ ਜਾਂਦਾ ਸੀ ਤੇ ਫਿਰ ਇਸੇ ਦੇ ਮਤਲਬ ਐਜ਼ ਅ ਰਿਜ਼ਲਟ ਨਿਊ ਪੋਲਿਸੀ ਲੈ ਕੇ ਆਣੀ ਪਈ ਆਪਾਂ ਨੂੰ 1986 ਦੇ ਵਿੱਚ। ਹਾਂਜੀ, ਨੈਕਸਟ ਆਪਣੇ ਕੋਲ NPE ਜਿਹੜੀ 1986 ਦੇ ਵਿੱਚ ਆਪਾਂ ਲੈ ਕੇ ਆਂਦੀ ਸੀ, ਉਹਦਾ ਮਤਲਬ ਸੀਗਾ ਕਿ ਦਿਸ ਪੋਲਿਸੀ ਕਾਲਡ ਆ ਫੁਲਫਿਲਿੰਗ ਕੰਪਲਸਰੀ ਐਜੂਕੇਸ਼ਨ ਫॉर ऑल ਚਿਲਡਰਨ ਅਪ ਟੂ ਏਜ ਆਫ 14। ਜਿਹੜਾ ਮੇਨ ਮਤਲਬ ਸੀਗਾ ਜਿਹੜਾ ਨੈਸ਼ਨਲ ਜਿਹੜੀ ਐਜੂਕੇਸ਼ਨ ਪੋਲਿਸੀ ਲੈ ਕੇ ਆਂਦੀ ਸੀ ਆਪਾਂ 1986 ਦੇ ਵਿੱਚ, ਪਹਿਲਾਂ ਵਾਲੀ ਜਿਹੜੀ 68 ਦੇ ਵਿੱਚ ਲੈ ਕੇ ਆਂਦੀ ਸੀ, ਉਹਦਾ ਮਤਲਬ ਵੀ ਇਹੀ ਸੀਗਾ ਕਿ ਹਰ ਇੱਕ ਨੂੰ ਐਜੂਕੇਸ਼ਨਲ ਮਤਲਬ ਫੈਸਿਲਿਟੀਜ਼ ਪ੍ਰੋਵਾਈਡ ਕਰਵਾਈਆਂ ਜਾਣ। ਤੇ ਇਹਨਾਂ ਦਾ ਮਤਲਬ ਹੁਣ ਜਿਹੜਾ NPE 86 ਦੇ ਵਿੱਚ ਲੈ ਕੇ ਆਂਦਾ ਸੀ, ਉਹਦਾ ਮਤਲਬ ਸੀਗਾ ਕੰਪਲਸਰੀ ਕਰ ਦਿੱਤੀ ਗਈ ਸੀ ਜਿਹੜੀ ਐਜੂਕੇਸ਼ਨ ਸੀਗੀ ਏਜ ਆਫ 14 ਈਅਰ ਦੇ ਜਿਹੜੇ ਚਿਲਡਰਨ ਸੀਗੇ ਉਹਨਾਂ ਦੇ ਲਈ ਕੰਪਲਸਰੀ ਐਜੂਕੇਸ਼ਨ ਕਰਤੀ। ਦੇਖੋ ਹੁਣ ਇਸ ਤੋਂ ਬਾਅਦ ਆਪਣੇ ਐਜੂਕੇਸ਼ਨ ਜਿਹੜੇ RTE ਰਾਈਟ ਟੂ ਐਜੂਕੇਸ਼ਨ ਜਿਹੜੀ ਲॉज ਹੈਗੇ ਜਿਹੜੇ ਉਹ ਵੀ ਬਣੇ ਸੀਗੇ ਕਿ ਹਰ ਇੱਕ ਜਿਹੜਾ 14 ਸਾਲਾਂ ਦਾ ਜਿਹੜਾ ਬੱਚਾ ਹੈਗਾ ਉਸ ਤੋਂ ਆਪਾਂ ਕੋਈ ਵੀ ਲੇਬਰ ਨਹੀਂ ਕਰਵਾਉਣੀ ਐਂਡ ਜਿਹੜੀ ਉਹਨੂੰ ਐਜੂਕੇਸ਼ਨ ਹੈ ਉਹ ਫੁੱਲ ਮਤਲਬ ਪ੍ਰੋਵਾਈਡ ਕਰਵਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸੇ ਕਰਕੇ ਜਿਹੜੀ ਆਪਣੇ ਗੌਰਮੈਂਟ ਸਕੂਲਸ ਹੈਗੇ ਉਹਨਾਂ ਦੇ ਵਿੱਚ ਫ੍ਰੀ ਐਜੂਕੇਸ਼ਨ ਜਿਵੇਂ ਮਿਡ ਡੇ ਮੀਲ ਸਕੀਮ ਵਗੈਰਾ ਆ ਗਏ ਹੈ ਨਾ, ਤਾਂ ਕਿ ਜਿਹੜੇ ਬੱਚੇ ਆ ਉਹਨਾਂ ਦਾ ਜਿਹੜਾ ਮਾਈਂਡ ਹੈ ਉਹ ਡਿਸਟਰਬ ਨਾ ਹੋਵੇ ਐਂਡ ਜਿਹੜੀ ਐਜੂਕੇਸ਼ਨ ਹੈ ਉਹ ਉਹਨਾਂ ਦੇ ਉੱਪਰ ਫੋਕਸ ਕਰ ਸਕੇ ਸਟੂਡੈਂਟ। ਤਾਂ ਕਰਕੇ ਨਿਊ ਪੋਲਿਸੀਜ਼ ਹੈ ਜਿਹੜੀਆਂ ਆਪਣੀ ਗੌਰਮੈਂਟ ਟਾਈਮ ਟੂ ਟਾਈਮ ਲੈ ਕੇ ਆਉਂਦੀ ਰਹਿੰਦੀ ਹੈ। ਹਾਂਜੀ, this policy is called for fulfilling compulsory education for all children। ਹਾਂਜੀ, ਸਾਰੇ ਜਿਹੜੇ ਇਹ ਜਿਹੜੀ ਪੋਲਿਸੀ ਲੈ ਕੇ ਆਉਣ ਦਾ ਜਿਹੜਾ ਮੇਨ ਮਕਸਦ ਸੀਗਾ ਕੰਪਲਸਰੀ ਕਰਨਾ ਐਜੂਕੇਸ਼ਨ, ਜਿਹੜੇ 14 ਈਅਰ ਦੇ ਬੱਚੇ ਹੈਗੇ ਉਹਨਾਂ ਨੂੰ ਕੰਪਲਸਰੀ ਐਜੂਕੇਸ਼ਨ ਪ੍ਰੋਵਾਈਡ ਕਰਵਾਉਣਾ ਸੀਗਾ। ਠੀਕ ਹੈ ਜੀ। The National Policy on Education NPE is policy formulated by Government of India to promote and regulate ਐਜੂਕੇਸ਼ਨ ਇਨ ਇੰਡੀਆ। ਹਾਂਜੀ, ਮੇਨ ਇਹਦਾ ਜਿਹੜਾ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹੈਗੇ ਕਿ ਜਿਹੜੀ ਆਪਣੀ NPE ਲੈ ਕੇ ਆਈ ਸੀ ਪੋਲਿਸੀ, ਨਿਊ ਪੋਲਿਸੀ ਲੈ ਕੇ ਆਈ ਸੀ ਆਪਣੀ ਗਵਰਨਮੈਂਟ ਆਫ ਇੰਡੀਆ, ਤਾਂ ਉਹਦਾ ਮਤਲਬ ਸੀਗਾ ਕਿ ਐਜੂਕੇਸ਼ਨ ਨੂੰ ਪ੍ਰਮੋਟ ਕਰਨਾ, ਰੈਗੂਲੇਟ ਕਰਨਾ ਐਜੂਕੇਸ਼ਨ ਨੂੰ, ਤੇ ਜਿਹੜੇ ਸਟੂਡੈਂਟਸ ਹੈ ਉਹਨਾਂ ਨੂੰ ਹਰ ਇੱਕ ਕਿਸੇ ਟਾਈਪ ਦਾ ਵੀ ਸਟੂਡੈਂਟ ਹੈ ਉਸ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਵਾਉਣਾ ਸੀ। ਇਸ ਅਗਰ ਸਾਰੇ ਬੱਚਿਆਂ ਨੂੰ ਐਜੂਕੇਸ਼ਨ ਮਿਲੇਗੀ ਤਾਂ ਹੀ ਜਿਹੜੀ ਆਪਣਾ ਇੰਡੀਆ ਦਾ ਸਿਸਟਮ ਹੈ, ਇੰਡੀਆ ਦੀ ਡਿਵੈਲਪਮੈਂਟ ਹੋ ਸਕਦੀ ਹੈ, ਓਵਰਆਲ ਡਿਵੈਲਪਮੈਂਟ ਹੋ ਸਕਦੀ ਹੈ। ਤੇ ਐਜੂਕੇਸ਼ਨ ਪ੍ਰਮੋਟ ਤਾਂ ਹੀ ਹੋਏਗੀ ਅਗਰ ਆਪਾਂ ਹਰ ਇੱਕ ਐਜੂਕੇਸ਼ਨ ਬੱਚੇ ਦੇ ਲਈ ਜਿਹੜੀ ਐਜੂਕੇਸ਼ਨ ਕੰਪਲਸਰੀ ਕਰਾਂਗੇ ਤਾਂ। ਠੀਕ ਹੈ ਜੀ। ਦ ਪੋਲਿਸੀ ਕਵਰਡ ਐਲੀਮੈਂਟਰੀ ਐਜੂਕੇਸ਼ਨ ਟੂ ਹਾਇਰ ਐਜੂਕੇਸ਼ਨ ਇਨ ਬੋਥ ਰੂਰਲ ਐਂਡ ਅਰਬਨ ਇੰਡੀਆ। ਹਾਂਜੀ, ਜਿਹੜਾ ਮੇਨ ਮਤਲਬ ਸੀਗਾ ਪਹਿਲਾਂ ਕੀ ਸੀਗਾ, ਜਿਹੜੀ ਐਜੂਕੇਸ਼ਨ ਸੀਗੀ ਉਹ ਬੱਚਿਆਂ ਨੂੰ ਪ੍ਰੋਵਾਈਡ ਤਾਂ ਕਰਵਾਈ ਜਾਂਦੀ ਸੀਗੀ, ਉਹਨਾਂ ਨੂੰ ਕੰਪਲਸਰੀ ਨਹੀਂ ਕੀਤਾ ਗਿਆ ਸੀਗਾ, ਮਤਲਬ ਐਜੂਕੇਸ਼ਨ ਹਰ ਇੱਕ ਨੂੰ ਦੇਣੀ ਸੀਗੀ ਉਹਨਾਂ, ਬਟ ਇਹਦੇ ਵਿੱਚ ਨਿਊ ਪੋਲਿਸੀ ਦੇ ਵਿੱਚ ਕੰਪਲਸਰੀ ਕਰ ਦਿੱਤਾ। ਉਹਨਾਂ ਨੇ ਕੀ ਹੈ, ਐਲੀਮੈਂਟਰੀ ਤੱਕ ਜਿਹੜੇ ਹਰ ਇੱਕ ਸਟੂਡੈਂਟ ਹੈ ਉਹਨਾਂ ਨੂੰ ਮਤਲਬ ਟੋਟਲੀ ਕਵਰ ਕੀਤਾ ਗਿਆ ਸੀਗਾ। ਤੇ ਜਿਹੜੀ ਹਾਇਰ ਮਤਲਬ ਕਿ ਜਿਹੜੇ ਐਲੀਮੈਂਟਰੀ ਕ੍ਰੋਸ ਕਰ ਚੁੱਕੇ ਆ ਬੱਚੇ ਉਹਨਾਂ ਨੂੰ ਹਾਇਰ ਐਜੂਕੇਸ਼ਨ ਪ੍ਰੋਵਾਈਡ ਕਰਵਾਉਣਾ ਸੀ, ਭਾਵੇਂ ਉਹ ਰੂਰਲ ਏਰੀਆ ਦੇ ਵਿੱਚ ਰਹਿ ਰਹੇ ਆ, ਭਾਵੇਂ ਉਹ ਅਰਬਨ ਏਰੀਆ ਦੇ ਵਿੱਚ ਰਹਿ ਰਹੇ ਆ। ਹਾਂਜੀ, ਜਿਹੜੀ ਐਲੀਮੈਂਟਰੀ ਐਜੂਕੇਸ਼ਨ ਹੈ ਉਹ ਬਿਲਕੁਲ ਫ੍ਰੀ ਆਫ ਕਾਸਟ ਹੁੰਦੀ ਹੈਗੀ ਤੇ RTE ਦੇ ਅੰਡਰ ਹੈ ਜਿਹੜੀ ਐਲੀਮੈਂਟਰੀ ਤੱਕ ਐਜੂਕੇਸ਼ਨ ਹੈ ਜਿਹੜੀ ਬੱਚੇ ਨੂੰ ਦੇਣੀ ਜ਼ਰੂਰੀ ਹੈ। ਹਾਂਜੀ, ਉਸ ਨੂੰ ਵੀ ਪ੍ਰਮੋਟ ਕਰਨ ਦੇ ਲਈ ਹਾਇਰ ਐਜੂਕੇਸ਼ਨ ਦੇ ਵੱਲ ਵੀ ਇਸ ਵਿੱਚ ਧਿਆਨ ਦਿੱਤਾ ਗਿਆ। ਹਾਂਜੀ, ਆਈ ਹੋਪ ਤੁਹਾਨੂੰ ਵੀਡੀਓ ਕਲੀਅਰ ਹੋ ਰਿਹਾ ਹੋਣਾ ਟੌਪਿਕ। ਤਾਂ ਆਪਾਂ ਅੱਗੇ ਕਰ ਦੇਂਗੇ ਨੈਸ਼ਨਲ ਪੋਲਿਸੀ ਆਫ ਐਜੂਕੇਸ਼ਨ 1986 ਆਪਾਂ ਕਰ ਰਹੇ ਸੀ। ਦ ਫਸਟ NPE ਵਾਸ ਪ੍ਰੋਮੂਲੇਟ ਬਾਈ ਦ ਗਵਰਨਮੈਂਟ ਆਫ ਇੰਡੀਆ ਬਾਈ PM ਮਿਸਿਸ ਇੰਦਰਾ ਗਾਂਧੀ ਇਨ 1968। ਹਾਂਜੀ, ਆਪਾਂ ਜਿਹੜੀ ਨਿਊ ਐਜੂਕੇਸ਼ਨ ਪੋਲਿਸੀ ਲੈ ਕੇ ਆਂਦੀ ਹੈਗੀ 1986 ਦੇ ਵਿੱਚ, ਤਾਂ ਉਸ ਦੇ
ਪਹਿਲਾਂ ਵੀ ਆਪਣੀ ਐਜੂਕੇਸ਼ਨ ਪੋਲਿਸੀ ਸੀਗੀ, ਆਪਾਂ ਪਹਿਲਾਂ ਗੱਲ ਕਰ ਚੁੱਕੇ ਹੈਗੇ। ਉਸ ਟਾਈਮ ਤੇ ਆਪਣੇ ਜਿਹੜੇ PM ਸੀਗੇ ਮਿਸਿਸ ਇੰਦਰਾ ਗਾਂਧੀ ਸੀਗੇ, ਤਾਂ ਆਪਣਾ ਜਿਹੜੇ ਸੈਕਿੰਡ ਪ੍ਰਾਈਮ ਮਿਨਿਸਟਰ ਸੀਗੇ ਮਿਸਟਰ ਰਾਜੀਵ ਗਾਂਧੀ, ਉਹਨਾਂ ਨੇ ਨਿਊ ਪੋਲਿਸੀ ਲੈ ਕੇ ਆਂਦੀ 1986 ਦੇ ਵਿੱਚ। ਹਾਂਜੀ, ਐਂਡ ਦ ਥਰਡ ਪ੍ਰਾਈਮ ਮਿਨਿਸਟਰ ਆਫ ਇੰਡੀਆ ਮਿਸਟਰ ਨਰਿੰਦਰ ਮੋਦੀ ਇਨ 2020। ਹਾਂਜੀ, ਫਸਟ ਟਾਈਮ ਤੇ ਆਪਣੇ ਮਿਸਿਸ ਇੰਦਰਾ ਗਾਂਧੀ ਲੈ ਕੇ ਆਏ ਸੀ, ਸੈਕਿੰਡ ਟਾਈਮ ਤੇ ਜਿਹੜੀ ਐਜੂਕੇਸ਼ਨ ਦੇ ਵਿੱਚ ਪੋਲਿਸੀ ਦੇ ਵਿੱਚ ਚੇਂਜ ਲੈ ਕੇ ਆਂਦੇ ਸੀਗੇ ਉਹ ਮਿਸਟਰ ਰਾਜੀਵ ਗਾਂਧੀ ਲੈ ਕੇ ਆਏ ਸੀਗੇ। ਐਂਡ ਰੀਸੈਂਟਲੀ ਇਨ 2020 ਦੇ ਵਿੱਚ ਮਿਸਟਰ ਨਰਿੰਦਰ ਮੋਦੀ ਹੈ ਜਿਹੜੇ, ਉਹਨਾਂ ਨੇ ਮਤਲਬ ਕਿ ਪੋਲਿਸੀ ਦੇ ਵਿੱਚ ਨਿਊ ਐਜੂਕੇਸ਼ਨ ਜਿਹੜੀ ਪੋਲਿਸੀ ਹੈ ਉਹ ਲੈ ਕੇ ਆਂਦੀ ਹੈ। ਹਾਂਜੀ, ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਣਾ ਕਿ ਫਸਟ ਇੰਟਰੋਡਿਊਸਡ ਮਿਸਿਸ ਇੰਦਰਾ ਗਾਂਧੀ, ਸੈਕਿੰਡ ਮਿਸਟਰ ਰਾਜੀਵ ਗਾਂਧੀ ਐਂਡ ਥਰਡ ਮਿਸਟਰ ਨਰਿੰਦਰ ਮੋਦੀ। It also talk about revision of curriculum and pedagogical structure from 10+2 system to 5+3+3+4 system, designed in an efforts of optimize learning for student based on cognitive development of children। ਹਾਂਜੀ, ਜਿਹੜਾ ਮੇਨ ਫੋਕਸ ਹੈਗਾ, ਦੇਖੋ ਮੇਨ ਜਿਹੜਾ ਫੋਕਸ ਹੈਗਾ 2020 ਦੇ ਵਿੱਚ ਆਪਣੇ ਮਿਸਟਰ ਨਰਿੰਦਰ ਮੋਦੀ ਲੈ ਕੇ ਆਏ ਹੈ ਐਜੂਕੇਸ਼ਨ ਪੋਲਿਸੀ, ਉਹਦੇ 'ਚ ਪੈਡਾਗੋਜੀਕਲ ਸਟਰਕਚਰ ਹੈ ਜਿਹੜਾ ਜਿਹੜੇ ਸਟੂਡੈਂਟਸ ਦੀ ਓਵਰਆਲ ਡਿਵੈਲਪਮੈਂਟ ਕਰਨੀ ਹੈਗੀ, ਭਾਵੇਂ ਉਹ ਕਿਸੇ ਟਾਈਪ ਦੇ ਨਾਲ ਹੀ ਲਗਾ ਲਓ, ਕਿਉਂਕਿ ਪੁਰਾਣੇ ਟਾਈਮ ਦੇ ਵਿੱਚ ਜਿਹੜੇ ਸਿਸਟਮ ਸੀ ਐਜੂਕੇਸ਼ਨ ਉਹਦੇ ਵਿੱਚ ਮਤਲਬ ਕਲਾਸਿਸ ਹੁੰਦੀਆਂ ਸੀਗੀਆਂ, ਬਟ ਜਿਹੜਾ ਹੁਣ ਵਾਲਾ ਸਿਸਟਮ ਹੈ 10+2 ਸਿਸਟਮ ਹੈ ਜਿਹੜਾ, ਉਸ ਨੂੰ ਕੀ ਕਰ ਦਿੱਤਾ ਗਿਆ 5+3+3+4 ਸਿਸਟਮ ਦੇ ਵਿੱਚ ਨਿਊ ਸਿਸਟਮ ਜਿਹੜਾ ਹੈਗਾ ਡਿਜ਼ਾਈਨ ਕਰ ਲਿਆ ਗਿਆ। ਠੀਕ ਹੈ ਜੀ, ਤੇ ਇਹਨਾਂ ਦਾ ਮਤਲਬ ਮੇਨ ਮਤਲਬ ਹੈਗਾ ਕਿ ਸਟੂਡੈਂਟ ਹੈ ਜਿਹੜਾ ਉਹਨਾਂ ਦੀ ਓਵਰਆਲ ਡਿਵੈਲਪਮੈਂਟ ਕੀਤੀ ਜਾਵੇ। ਇਨ 29 ਜੁਲਾਈ 2020 ਆਪਣੀ 29 ਜੁਲਾਈ ਨੂੰ 2020 ਦੇ ਵਿੱਚ ਆਪਣੀ ਕੈਬਨਿਟ ਅਪਰੂਵਡ ਆ ਨਿਊ ਨੈਸ਼ਨਲ ਐਜੂਕੇਸ਼ਨ ਪੋਲਿਸੀ। ਹਾਂਜੀ, ਆਪਣੇ ਜਿਹੜੇ ਨਿਊ ਐਜੂਕੇਸ਼ਨ ਪੋਲਿਸੀ ਹੈ, ਅਗਰ ਆਪਾਂ ਰੀਸੈਂਟਲੀ ਦੀ ਗੱਲ ਕਰੀਏ ਤਾਂ 29 ਜੁਲਾਈ 1920 ਦੇ ਵਿੱਚ ਜਿਹੜੀ ਉਸਨੂੰ ਇੰਪਲੀਮੈਂਟ ਅਪਰੂਵਲ ਮਿਲ ਚੁੱਕੀ ਹੈਗੀ। ਤਾਂ ਜਿਹੜੀ ਇਹ ਐਜੂਕੇਸ਼ਨ ਪੋਲਿਸੀ ਹੈ ਇੰਟਰੋਡਿਊਸਡ ਸੈਵਰਲ ਚੇਂਜਸ ਟੂ ਦ ਐਗਜ਼ਿਸਟਿੰਗ ਇੰਡੀਅਨ ਐਜੂਕੇਸ਼ਨ ਸਿਸਟਮ ਵਿਚ ਵਿਲ ਇੰਟਰੋਡਿਊਸਡ ਇਨ। ਹਾਂਜੀ, ਜਦੋਂ ਜਿਹੜੀ ਆਪਣੀ ਪਹਿਲਾਂ ਵਾਲੀ ਐਜੂਕੇਸ਼ਨ ਸਿਸਟਮ ਸੀਗੀ ਉਹਦੇ ਨਾਲੋਂ ਬਹੁਤ ਸਾਰੀਆਂ ਜ਼ਿਆਦਾ ਚੇਂਜਸ ਹੈ ਜਿਹੜੀਆਂ ਪਹਿਲੇ ਐਗਜ਼ਿਸਟਿੰਗ ਸਿਸਟਮ ਜਿਹੜਾ ਚੱਲ ਰਿਹਾ ਸੀ ਉਹ ਮਤਲਬ ਕਿ ਉਸ ਨੂੰ ਚੇਂਜ ਕਰਨ ਦੀ ਜ਼ਰੂਰਤ ਸੀ, ਇਸੇ ਕਰਕੇ ਨਵੀਂ ਪੋਲਿਸੀ ਹੈ ਜਿਹੜੀ ਬਣਾਈ ਗਈ, ਉਹਦੇ ਵਿੱਚ ਲੋਟ ਆਫ ਚੇਂਜਸ ਕੀਤੀਆਂ ਗਈਆਂ। ਠੀਕ ਹੈ ਜੀ, ਆਈ ਹੋਪ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਕਿਹੜੇ ਮਤਲਬ ਕਿ ਆਪਾਂ ਨੂੰ ਕਿਉਂ ਐਜੂਕੇਸ਼ਨ ਨਿਊ ਪੋਲਿਸੀ ਲੈ ਕੇ ਆਉਣੀ ਪਈ, ਕਿਉਂਕਿ ਚੇਂਜ ਹੈ ਜਿਹੜਾ ਹਰ ਇੱਕ ਆਪਣੇ ਸਿਸਟਮ ਦਾ ਜਿਹੜਾ ਚੇਂਜ ਹੈਗਾ ਉਹ ਮਤਲਬ ਇੰਪੋਰਟੈਂਟ ਪਾਰਟ ਹੈਗਾ। ਕੋਈ ਵੀ ਚੀਜ਼ ਹੈ ਜਿਹੜੀ ਚੇਂਜ ਤੋਂ ਬਿਨਾਂ ਨਹੀਂ ਚੱਲ ਸਕਦੀ, ਇਸੇ ਕਰਕੇ ਆਪਾਂ ਕੀ ਕਰਦੇ ਹੈਗੇ ਕਿ ਜਿਹੜਾ ਆਪਣਾ ਸਿਸਟਮ ਹੈਗਾ ਉਸਨੂੰ ਅਕੋਰਡਿੰਗ ਟੂ ਟਾਈਮ ਐਂਡ ਅਕੋਰਡਿੰਗ ਟੂ ਯੂਜ਼ ਐਂਡ ਅਕੋਰਡਿੰਗ ਟੂ ਨੀਡ ਆਫ ਪਰਸਨ ਤਾਂ ਆਪਾਂ ਨੂੰ ਚੇਂਜ ਕਰਨਾ ਹੀ ਪੈਂਦਾ। ਇਸੇ ਕਰਕੇ ਆਪਣੀ ਜਿਹੜੀ ਐਜੂਕੇਸ਼ਨ ਪੋਲਿਸੀ ਹੈ ਉਹਦੇ ਵਿੱਚ ਵੀ ਆਪਾਂ ਨੂੰ ਚੇਂਜ ਕਰਨ ਦੀ ਜ਼ਰੂਰਤ ਪਈ। ਹਾਂਜੀ, ਤੇ ਜਿਹੜੀ ਨਿਊ ਐਜੂਕੇਸ਼ਨ ਪੋਲਿਸੀ ਹੈ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਮਤਲਬ ਪਤਾ ਲੱਗ ਗਿਆ ਹੋਣਾ, ਕਲੀਅਰ ਹੋ ਗਿਆ ਹੋਣਾਗਾ। ਤਾਂ ਜਿਹੜੀ ਇਹ ਐਜੂਕੇਸ਼ਨ ਪੋਲਿਸੀ ਹੈ ਉਹਦੇ ਵਿੱਚ ਚੇਂਜਸ ਤਾਂ ਕੀਤੀਆਂ ਗਈਆਂ, ਬਟ ਇਹਦੇ ਵਿੱਚ ਦੱਸਿਆ ਗਿਆ ਹੈ ਕਿ ਐਗਜ਼ਿਸਟਿੰਗ ਸਿਸਟਮ ਹੈ ਜਿਹੜਾ ਉਹ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਹ ਐਗਜ਼ੀਕਿਊਟ ਹੁੰਦਾ ਰਹੂਗਾ, ਬਟ ਨਾਲ ਦੀ ਨਾਲ 2020 ਦੇ ਵਿੱਚ ਇਹ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਗਈ ਐਂਡ 2026 ਦੇ ਵਿੱਚ ਇਸ ਨੂੰ ਪੂਰੇ ਇੰਡੀਆ ਦੇ ਵਿੱਚ ਆਪਣੇ ਪੂਰੇ ਕੰਟਰੀ ਦੇ ਵਿੱਚ ਮਤਲਬ ਕਿ ਲਾਂਚ ਕਰ ਦਿੱਤਾ ਜਾਊਗਾ, ਇੰਟਰੋਡਿਊਸ ਕਰ ਦਿੱਤਾ ਜਾਊਗਾ। ਉਸ ਤੋਂ ਪਹਿਲਾਂ ਮਤਲਬ ਕਿ ਚੇਂਜਸ ਤਾਂ ਹੁੰਦੀਆਂ ਰਹੀਆਂ ਗਈਆਂ, ਚੇਂਜਸ ਕਰਦੇ ਵੀ ਰਹਿਣਾ ਚਾਹੀਦਾ ਗਾ। ਇੰਟਰੋਡਿਊਸ ਇਹਨੂੰ 2020 ਦੇ ਵਿੱਚ ਕੀਤਾ, ਬਟ ਜਿਹੜਾ ਟੋਟਲੀ ਇੰਪਲੀਮੈਂਟ ਹੈਗਾ ਉਹ ਆਪਣੇ ਪੂਰੇ ਇੰਡੀਆ ਦੇ ਵਿੱਚ 2026 ਤੱਕ ਆਪਾਂ ਨੂੰ ਕਰ ਦੇਣਾ ਹੈ। ਠੀਕ ਹੈ ਜੀ, ਇਹ ਆਪਣੇ ਪ੍ਰਾਈਮ ਮਿਨਿਸਟਰ ਹੈ ਜਿਹੜੇ ਮਿਸਟਰ ਨਰਿੰਦਰ ਮੋਦੀ ਉਸ ਨੂੰ ਇੰਪਲੀਮੈਂਟ ਕਰ ਰਹੇ ਹੈ, ਅਤੇ ਉਹਨਾਂ ਦਾ ਜਿਹੜਾ ਫੋਕਸ ਹੈਗਾ ਕਿ 2020 ਤੋਂ ਲੈ ਕੇ 2026 ਤੱਕ ਜਿਹੜੀ ਨਿਊ ਐਜੂਕੇਸ਼ਨ ਪੋਲਿਸੀ ਹੈ ਉਸਨੂੰ ਪ੍ਰੋਪਰਲੀ ਮਤਲਬ ਕਿ ਟੋਟਲੀ ਇੰਪਲੀਮੈਂਟ ਕਰ ਦਿੱਤਾ ਜਾਵੇ। ਹਾਂਜੀ, ਆਪਾਂ ਜਿਹੜੀ ਐਜੂਕੇਸ਼ਨ ਪੋਲਿਸੀ ਹੈ ਉਹ ਆਪਾਂ ਦੇਖ ਵੀ ਲਿਆ ਕਿ ਇਹਦੇ ਵਿੱਚ ਚੇਂਜ ਕਰਨੇ ਚਾਹੀਦੇ, ਆਪਾਂ ਕੀ ਕੁਛ ਚੇਂਜਸ ਕਰਨੀ ਹੈਗੀਆਂ,
ਉਹ ਆਪਾਂ ਨੂੰ ਜਦੋਂ ਜਿਸ ਤਰ੍ਹਾਂ ਆਪਾਂ ਯੂਜ਼ ਕਰਦੇ ਹਾਂ ਉਸ ਦੇ ਹਿਸਾਬ ਨਾਲ ਹੀ ਆਪਾਂ ਨੂੰ ਪਤਾ ਚੱਲਦਾ ਕਿ ਆਪਣੇ ਇਸ ਦੇ ਵਿੱਚ ਕੀ ਚੇਂਜ ਹੋਣੀ ਚਾਹੀਦੀ ਹੈਗੀ। ਤਾਂ ਆਪਾਂ ਏਮ ਆਫ ਐਜੂਕੇਸ਼ਨ ਪੜ੍ਹਦੇ ਹੈਗੇ ਕਿ ਕੀ ਜ਼ਰੂਰਤ ਹੈ ਆਪਾਂ ਨੂੰ ਐਜੂਕੇਸ਼ਨ। ਆਲ ਅਰਾਊਂਡ ਡਿਵੈਲਪਮੈਂਟ, ਫਸਟ ਆਫ ਆਲ ਆਪਣਾ ਜਿਹੜਾ ਸਿਸਟਮ ਹੈ ਉਸਨੂੰ ਸਟੂਡੈਂਟ ਹੈ ਆਪਣਾ ਜਿਹੜੇ ਇੰਡੀਆ ਹੈ ਐਂਡ ਸਟੂਡੈਂਟ ਹੈ ਸਾਰਿਆਂ ਦੀ ਓਵਰਆਲ ਡਿਵੈਲਪਮੈਂਟ ਕਰ ਡਿਵੈਲਪਮੈਂਟ ਆਫ ਹਿਊਮਨ ਰਿਸੋਰਸਿਸ ਔਰ ਮੈਨ ਪਾਵਰ ਸਟਰਕਚਰ ਆਫ ਐਜੂਕੇਸ਼ਨ। ਹਾਂਜੀ, ਓਵਰਆਲ ਡਿਵੈਲਪਮੈਂਟ ਕਰਨਾ ਹਿਊਮਨ ਰਿਸੋਰਸਿਸ, ਜਿਹੜੀ ਆਪਣੀ ਹਿਊਮਨ ਰਿਸੋਰਸਿਸ ਪ੍ਰੋਵਾਈਡ ਕੀਤੀ ਹੈ ਭਾਵੇਂ ਉਹ ਕਿਸੇ ਟਾਈਪ ਦੇ ਵੀ ਰਿਸੋਰਸਿਸ ਹੋਣ ਉਸਨੂੰ ਐਂਡ ਮੈਨ ਪਾਵਰ ਸਟਰਕਚਰ ਹੈ ਜਿਹੜਾ ਐਜੂਕੇਸ਼ਨ ਦਾ ਉਸਨੂੰ ਡਿਵੈਲਪ ਕਰਨਾ ਵੀ ਇਹਦਾ ਏਮ ਹੈਗਾ। ਨੈਕਸਟ ਹੈ ਡਿਵੈਲਪਮੈਂਟ ਆਫ ਸੋਸ਼ਲਿਜ਼ਮ। ਸੋਸ਼ਲਿਜ਼ਮ ਮਤਲਬ ਸੋਸ਼ਲ ਫੀਲਡ ਦੇ ਵਿੱਚ ਵੀ ਜਿਹੜੀ ਡਿਵੈਲਪਮੈਂਟ ਹੈ ਉਸ ਨੂੰ ਆਪਾਂ ਮਤਲਬ ਕਿ ਚੇਂਜ ਕਰਨਾ ਹੈਗਾ, ਉਸ ਨੂੰ ਪ੍ਰਮੋਟ ਕਰਨਾ ਹੈਗਾ। ਨੈਕਸਟ ਹੈ ਜੀ ਆਪਣੇ ਕੋਲ ਇੰਟਰਨੈਸ਼ਨਲ ਕੋਆਪਰੇਸ਼ਨ ਐਂਡ ਪੀਸਫੁਲ ਕੋ ਐਗਜ਼ਿਸਟਿੰਗ। ਹਾਂਜੀ, ਇੰਟਰਨੈਸ਼ਨਲ ਲੈਵਲ ਐਂਡ ਨੈਸ਼ਨਲ ਲੈਵਲ 'ਤੇ ਮਤਲਬ ਜੇ ਐਜੂਕੇਸ਼ਨ ਸਾਰੇ ਬੱਚਿਆਂ ਨੂੰ ਹੈ, ਸਾਰੇ ਸਟੂਡੈਂਟਸ ਨੂੰ ਹੈ, ਸਾਰੇ ਮਤਲਬ ਪਰਸਨ ਐਜੂਕੇਟਡ ਹੈ ਤਾਂ ਕੋਆਪਰੇਸ਼ਨ ਹੋ ਸਕਦਾ ਗਾ ਪੀਸਫੁਲੀ। ਆਪਣਾ ਜਿਹੜਾ ਇੰਟਰਨੈਸ਼ਨਲ ਲੈਵਲ ਤੱਕ ਵੀ ਆਪਾਂ ਆਪਣੇ ਵਿਜ਼ਿਟ ਨੂੰ ਕਰ ਸਕਦੇ ਹੈਗੇ ਐਜੂਕੇਸ਼ਨ ਦੇ ਉੱਪਰ ਅਗਰ ਫੋਕਸ ਹੈ ਤਾਂ ਪੀਸਫੁਲੀ ਆਪਾਂ ਇਸ ਨੂੰ ਇੰਟਰਨੈਸ਼ਨਲ ਲੈਵਲ 'ਤੇ ਵੀ ਲੈ ਕੇ ਜਾ ਸਕਦੇ ਹੈਗੇ। ਕਲਟੀਵੇਟਿੰਗ ਮੋਰਲ ਐਂਡ ਐਥੀਕਲ ਵੈਲਿਊਜ਼। ਹਾਂਜੀ, ਜਿਹੜੀ ਮੋਰਲ ਵੈਲਿਊਜ਼ ਐਂਡ ਐਥੀਕਲ ਵੈਲਿਊਜ਼ ਹੈ ਉਸ ਨੂੰ ਵੀ ਆਪਾਂ ਮਤਲਬ ਕਿ ਇੰਪਲੀਮੈਂਟ ਕਰਦੇ ਰਹਾਂਗੇ ਨਾਲ ਦੀ ਨਾਲ, ਕਿਉਂਕਿ ਕਈ ਵਾਰ ਹੁੰਦਾ ਕਿ ਆਪਾਂ ਪੁਰਾਣੀ ਇੰਪਲੀਮੈਂਟ ਕਰਦੇ ਰਹਿੰਦੇ ਸਿਸਟਮ ਨੂੰ, ਬਟ ਅਕੋਰਡਿੰਗ ਟੂ ਟਾਈਮ ਐਂਡ ਅਕੋਰਡਿੰਗ ਟੂ ਨੀਡ ਆਫ ਪਰਸਨ ਆਪਾਂ ਨੂੰ ਹਰ ਇੱਕ ਚੀਜ਼ ਨੂੰ ਚੇਂਜ ਕਰਨਾ ਪੈਂਦਾ ਹੈ। ਤਾਂ ਆਪਾਂ ਨੂੰ ਐਜੂਕੇਸ਼ਨ ਦੇ ਵਿੱਚ ਵੀ ਆਪਾਂ ਨੂੰ ਮੋਰਲ ਵੈਲਿਊਜ਼ ਐਂਡ ਐਥੀਕਲ ਵੈਲਿਊਜ਼ ਦੇ ਵਿੱਚ ਵੀ ਕੁਛ ਨਾ ਕੁਛ ਚੇਂਜਸ ਹੈ ਜਿਹੜੀਆਂ ਉਹ ਕਰਨੀਆਂ ਪੈਣਗੀਆਂ। ਲਾਈਫ ਲੌਂਗ ਐਜੂਕੇਸ਼ਨ, ਆਪਣੀ ਐਜੂਕੇਸ਼ਨ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਕਿ ਇਸ ਤਰ੍ਹਾਂ ਨਹੀਂ ਹੈ ਕਿ ਆਪਾਂ ਅਕੋਰਡਿੰਗ ਟੂ ਟਾਈਮ ਯੂਜ਼ ਕਰ ਸਕੀਏ, ਲਾਈਫ ਲੌਂਗ ਹੋਣੀ ਚਾਹੀਦੀ ਹੈ। ਜਿਵੇਂ ਮੰਨ ਲਓ ਆਉਣ ਵਾਲੇ ਟਾਈਮ ਦੇ ਵਿੱਚ ਉਸ ਤੋਂ ਅੱਗੇ ਵੀ ਐਂਡ ਉਸ ਤੋਂ ਫਰਦਰ ਵੀ ਆਪਾਂ ਇਸ ਨੂੰ ਯੂਜ਼ ਕਰਦੇ ਰਹੀਏ ਅਕੋਰਡਿੰਗ ਟੂ ਯੂਜ਼ਰ ਨੀਡ। ਦ ਐਜੂਕੇਸ਼ਨ ਆਫ ਹੈਂਡੀਕੈਪਡ। ਹਾਂਜੀ, ਮੇਨ ਮਕਸਦ ਹੈ ਜਿਹੜਾ ਜਿਹੜੇ ਐਜੂਕੇਸ਼ਨ ਦਾ ਹਰ ਇੱਕ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਵਾਉਣਾ ਹੈਗਾ। ਜਿਵੇਂ ਮੰਨ ਲਓ ਆਪਣੇ ਜਿਹੜੇ ਹੈਂਡੀਕੈਪਡ ਪਰਸਨ ਆ ਜਾਂਦੇ ਹੈਗੇ, ਜੋ ਫਿਜ਼ੀਕਲੀ ਹੈਂਡੀਕੈਪਡ ਆ ਗਏ, ਮੈਂਟਲੀ ਆ ਗਏ, ਟੋਟਲੀ ਜਦੋਂ ਆਪਣਾ ਇਹ ਐਜੂਕੇਸ਼ਨ ਪੋਲਿਸੀ ਦਾ ਮਤਲਬ ਹੈ ਕਿ ਸਾਰਿਆਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਵਾਉਣਾ, ਤਾਂ ਉਸ ਦੇ ਵਿੱਚ ਸਾਰੇ ਪਰਸਨ ਇਨਵੋਲਵ ਹੁੰਦੇ ਆ, ਭਾਵੇਂ ਉਹ ਹੈਂਡੀਕੈਪਡ ਹੈ, ਭਾਵੇਂ ਉਹ ਸਹੀ ਪਰਸਨ ਹੈ, ਭਾਵੇਂ ਕਿਸੇ ਵੀ ਟਾਈਪ ਦੇ ਇਨਸਾਨ। ਠੀਕ ਹੈ ਜੀ। ਅਤੇ ਨੈਕਸਟ ਹੈ ਆਪਣੇ ਕੋਲ ਮਾਈਨੋਰਟੀਜ਼। ਹਾਂਜੀ, ਮੇਨ ਮਕਸਦ ਹੈ ਵੀ ਜਿਹੜੀ ਕੁਛ ਮਾਈਨੋਰਟੀਜ਼ ਆ ਜਾਂਦੀ ਹੈਗੀ, ਜਿਵੇਂ ਆਪਣੇ SC ਆ ਗਏ, BC ਆ ਗਏ, ਹੈ ਨਾ, ਜਿਹੜੇ ਛੋਟੇ ਮਤਲਬ ਕਿ ਕੁਛ ਘੱਟ ਗਿਣਤੀ ਦੇ ਲੋਕ ਹੁੰਦੇ, ਜਿਵੇਂ ਆਪਣੇ ਮੁਸਲਿਮਸ ਆ ਗਏ, ਸਿੱਖਜ਼ਮ ਦੇ ਵਿੱਚ ਕੁਛ ਪਰਸਨ ਆ ਗਏ, ਹੈ ਨਾ। ਤਾਂ ਜਿਹੜੇ ਇਸ ਤਰ੍ਹਾਂ ਦੇ ਲੋਕ ਹੈ ਜਿਹੜੇ ਉਹਨਾਂ ਨੂੰ ਐਜੂਕੇਸ਼ਨ ਅਗਰ ਨਹੀਂ ਪ੍ਰੋਵਾਈਡ ਹੋ ਰਹੀ ਤਾਂ ਮਿਨੋਰਟੀਜ਼ ਨੂੰ ਵੀ ਐਜੂਕੇਸ਼ਨ ਪ੍ਰੋਵਾਈਡ ਕਰਵਾਉਣਾ ਇਹਦਾ ਮਤਲਬ ਹੈ, ਮੇਨ ਏਮ ਹੈਗਾ। ਨੈਸ਼ਨਲ ਸਿਸਟਮ ਆਫ ਐਜੂਕੇਸ਼ਨ ਇੰਪਲੀਮੈਂਟ ਕਰਨਾ, ਆਪਣਾ ਨੈਸ਼ਨਲ ਸਿਸਟਮ ਨੂੰ ਮਤਲਬ ਓਵਰਆਲ ਆਪਣੇ ਨੇਸ਼ਨ ਨੂੰ ਡਿਵੈਲਪ ਕਰਨਾ ਇਹਦਾ ਮੇਨ ਮਤਲਬ ਹੈ। ਐਜੂਕੇਸ਼ਨ ਔਨ ਫॉर ਇਕੁਐਲਿਟੀ। ਠੀਕ ਹੈ ਜੀ, ਸਾਰਿਆਂ ਨੂੰ ਭਾਵੇਂ ਕਿਸੇ ਟਾਈਪ ਦਾ ਵੀ ਇਨਸਾਨ ਹੈ ਉਹਨਾਂ ਨੂੰ ਇਕੁਅਲ ਐਜੂਕੇਸ਼ਨ ਪ੍ਰੋਵਾਈਡ ਕਰਵਾਉਣਾ, ਭਾਵੇਂ ਰਿਚ ਪਰਸਨ ਹੈ, ਭਾਵੇਂ ਪੂਅਰ ਪਰਸਨ ਹੈ, ਭਾਵੇਂ ਉਹ ਮਤਲਬ ਕਿ ਹਾਈ ਸਟੈਂਡਰਡ ਵਾਲਾ, ਭਾਵੇਂ ਲੋ ਸਟੈਂਡਰਡ ਵਾਲਾ। ਅੱਗੇ ਕੀ ਹੈ, ਵੋਕੇਸ਼ਨਲਿਜ਼ਮ ਮੀਟਿੰਗ ਐਂਡ ਫਿਊਚਰ ਕੰਪਲੈਕਸਿਟੀਜ਼ ਐਂਡ ਨੀਡਸ। ਹਾਂਜੀ, ਜਿਸ ਤਰ੍ਹਾਂ ਦਾ ਮੰਨ ਲਓ ਅਲੱਗ-ਅਲੱਗ ਜਿਹੜੇ ਆਪਣੇ PM ਸਰ ਨੇ ਉਹਨਾਂ ਨੇ ਕੀ ਹੈਗਾ ਵੋਕੇਸ਼ਨਲ ਕੋਰਸਿਸ ਸਟਾਰਟ ਕੀਤੇ ਹੈ ਤਾਂ ਕਿ ਜਿਹੜੇ ਸਟੂਡੈਂਟਸ ਹੈ ਹਾਇਰ ਐਜੂਕੇਸ਼ਨ ਨਹੀਂ ਲੈਣਾ ਚਾਹੁੰਦੇ, ਨਾਲ ਦੀ ਨਾਲ ਉਹ ਆਪਣਾ ਕੋਈ ਕੰਮ ਕਰਨਾ ਚਾਹੁੰਦੇ ਤਾਂ ਉਹਨਾਂ ਨੂੰ ਵੋਕੇਸ਼ਨਲ ਕੋਰਸਿਸ ਪ੍ਰੋਵਾਈਡ ਕਰਵਾ ਰਹੇ ਹੈਗੇ। ਅਤੇ ਜਿਹੜੀਆਂ ਅਕੋਰਡਿੰਗ ਟੂ ਨੀਡ ਆਫ ਪਰਸਨ। ਡਿਵੈਲਪਮੈਂਟ ਆਫ ਸਾਇੰਟੀਫਿਕ ਟੈਂਪਰ। ਹਾਂਜੀ, ਸਾਇੰਟੀਫਿਕ ਫੀਲਡ ਦੇ ਵਿੱਚ ਵੀ ਡਿਵੈਲਪ ਕਰਨਾ ਇਹਦਾ ਮਤਲਬ ਹੈ। ਅਤੇ ਐਪਰੀਸ਼ੀਏਸ਼ਨ ਆਫ ਇੰਡੀਅਨ ਕਲਚਰ, ਮੇਨ ਜਿਹੜਾ ਇਹਦਾ ਕੰਮ ਹੈਗਾ ਇੰਡੀਅਨ ਕਲਚਰ ਨੂੰ ਐਪਰੀਸ਼ੀਏਟ ਕਰਨਾ। ਮੈਨ ਪਾਵਰ ਡਿਵੈਲਪਮੈਂਟ, ਆਪਣੀ ਜਿਹੜੀ ਹਿਊਮਨ ਪਾਵਰ ਹੈ, ਮੈਨ ਪਾਵਰ ਹੈ, ਉਸ ਨੂੰ ਵੀ ਡਿਵੈਲਪ ਕਰਨਾ। ਐਂਡ ਐਕੂਰੇਟਿੰਗ ਰੂਲਸ, ਅਤੇ ਜਿਹੜੀ ਐਜੂਕੇਸ਼ਨ ਦਾ ਜਿਹੜਾ ਪ੍ਰੋਪਰ ਪੂਰਾ ਰੋਲ ਹੈ ਉਸ ਨੂੰ ਵੀ ਇੰਪਲੀਮੈਂਟ ਕਰਨਾ। ਆਈ ਹੋਪ ਤੁਹਾਨੂੰ
NPE ਨੈਸ਼ਨਲ ਐਜੂਕੇਸ਼ਨ ਪੋਲਿਸੀ ਹੈ ਜਿਹੜੀ ਨਿਊ ਪੋਲਿਸੀ ਹੈ ਉਸ ਦੇ ਬਾਰੇ ਕਲੀਅਰ ਹੋ ਗਿਆ ਹੁਣ ਟੌਪਿਕ। ਐਂਡ ਇਫ ਮਾਈ ਵੀਡੀਓ ਇਜ਼ ਯੂਜ਼ਫੁਲ for you and your friends, please join my channel. If you don't subscribe my channel, please subscribe my channel. Thanks for watching. Keep smile.